ਦੋਸਤੋ, ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਮੈਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਾਂਚ ਵਾਸਤੇ ਉਲਝਾਇਆ ਹੋਇਆ ਵਾ, ਤਾਂ ਮੈਂ ਦਿੱਲੀ ਆਇਆ ਹੋਇਆ ਸੀਗਾ। ਪਰ ਪਿਛਲੇ 2 ਦਿਨ ਪਹਿਲਾਂ ਜਿਹੜੀ ਕੋਟਕਪੂਰਾ ਦੀ SIT ਨੂੰ ਲੈ ਕੇ ਹਾਈ ਕੋਰਟ ਨੇ ਫੈਸਲਾ ਕੀਤਾ, ਬਹੁਤ ਅਫਸੋਸਨਾਕ, ਬਹੁਤ ਮੰਦਭਾਗਾ, ਲੋਕਾਂ ਦੀਆਂ ਭਾਵਨਾਵਾਂ ਦੇ ਉਲਟਿਆ ਉਹਨਾਂ ਨੂੰ ਵਲੂੰਦਰਨ ਵਾਲਾ ਇੱਕ ਫੈਸਲਾ ਆਇਆ ਵਾ। ਉਹ ਸਾਦੀ ਜੀ ਕਹਾਵਤ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਵੈਸੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਤੇ ਕੋਟਕਪੂਰਾ ਗੋਲੀकांड ਦਾ 2015 ਦਾ ਵਾਕਿਆਤ ਆ। ਅੱਜ ਆਪਾਂ ਖੜੇ ਆ 21 ਦੇ ਵਿੱਚ, ਜਿਸ ਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਨੇ ਜਾਂ ਜਿਹੜੇ ਪੁਲਿਸ ਵਾਲੇ ਗੋਲੀ ਚਲਾਉਣ ਵਾਲੇ ਨੇ, ਉਹਨਾਂ ਨੂੰ 6 ਸਾਲ ਵਿੱਚ ਕੋਈ ਹਲੇ ਤੱਕ ਪਹੁੰਚ ਨਹੀਂ ਕਰ ਸਕਿਆ। ਸਿਰਫ ਮਹਿਜ਼ ਇਨਵੈਸਟੀਗੇਸ਼ਨ ਹੋ ਰਹੀ ਸੀਗੀ, ਜਾਂਚ ਹੋਈ ਸੀਗੀ ਕਿ SIT ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ, ਔਰ ਉਹਨੇ ਇਸ ਜਾਂਚ ਨੂੰ ਕਾਫੀ ਹੱਦ ਤੱਕ ਨੇੜੇ ਲਾਤਾ ਸੀਗਾ ਔਰ 9 ਚਲਾਨ ਪੇਸ਼ ਕਰ ਦਿੱਤੇ ਫਰੀਦਕੋਟ ਦੀ ਅਦਾਲਤ ਵਿੱਚ। 9 ਚਲਾਨ ਤੇ ਅਚਾਨਕ ਹਾਈ ਕੋਰਟ ਦਾ ਇੱਕ ਫੈਸਲਾ ਆਉਂਦਾ ਵਾ ਕਿ ਸਭ ਕੁਝ ਕੁਆਸ਼ ਕਰਤਾ, ਸਭ ਕੁਝ ਛਿੱਕੇ ਦੇ ਢੰਗ ਦਿੱਤਾ ਵਾ। ਇਸ ਤਰ੍ਹਾਂ ਕਰਕੇ ਕੀ ਹੋਇਆ ਵਾ ਕਿ ਜਿਹੜੇ ਪੰਜਾਬ ਦੇ ਜਾਂ ਜਿਹੜੇ ਦੁਨੀਆ ਭਰ 'ਚ ਬੈਠੇ ਗੁਰੂ ਨਾਨਕ ਨਾਮ ਲੇਵਾ ਸੀਗੇ, ਉਹਨਾਂ ਦੇ ਮਨ ਨੂੰ ਬਹੁਤ ਭਾਰੀ ਠੇਸ ਜਿਹੜੀ ਆ ਉਹ ਪਹੁੰਚੀ ਆ। ਬਹੁਤ ਦੁੱਖ ਹੋਇਆ ਉਹਨਾਂ ਨੂੰ, ਸਾਰੇ ਇਨਸਾਫ ਪਸੰਦ ਲੋਕਾਂ ਨੂੰ। ਇਹਦੇ 'ਚ ਕੋਈ ਪਾਰਟੀਬਾਜ਼ੀ ਜਾਂ ਕੋਈ ਇੱਧਰ ਉੱਧਰ ਦੀ ਗੱਲ ਨਹੀਂ ਸੀ। ਉਹਨਾਂ ਨੂੰ ਦੁੱਖ ਹੋਇਆ ਕਿ ਅਸੀਂ ਇੰਨੀ ਦੇਰ ਦੇ ਉਡੀਕ ਰਹੇ ਸੀ ਕਿ ਸ਼ਾਇਦ ਕਿਸੇ ਦੋਸ਼ੀ ਨੂੰ ਫੜਿਆ ਜਾਵੇਗਾ। ਅਕਾਲੀ ਦਲ ਦੀ ਉਹ ਖੋਤੀ ਪੰਥਕ ਜਾਂ ਬਾਦਲ ਸਰਕਾਰ ਨੇ ਤਾਂ ਕੀ ਦੋਸ਼ੀਆਂ ਨੂੰ ਫੜਨਾ ਸੀ। ਇਸ ਕਰਕੇ ਇਹ ਇੱਕ ਦੁਖਦਾਈ ਫੈਸਲਾ ਮੈਂ ਕਰਾਰ ਦੇ ਸਕਦਾ ਹਾਂ। ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਹੁਣ ਸੁਖਬੀਰ ਬਾਦਲ ਨੂੰ ਛਾਤੀਆਂ ਚੌੜੀਆਂ ਕਰਕੇ ਫਿਰਦੇ ਨੇ ਕਿ ਜਿੱਦਾਂ ਬਹੁਤ ਕਿਲ੍ਹਾ ਫਤਿਹ ਕਰ ਲਿਆ। ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਠੀਕ ਹੈ, ਤੁਸੀਂ ਇਸ ਕਚਹਿਰੀ 'ਚੋਂ ਤਾਂ ਬਚ ਰਹੇ ਹੋ, ਤੁਹਾਡੇ ਕੋਲ ਸਾਧਨ ਨੇ, ਲੇਕਿਨ ਉਸ ਵਾਹਿਗੁਰੂ ਦੀ ਕਚਹਿਰੀ 'ਚੋਂ ਕਿੱਦਾਂ ਬਚੋਗੇ? ਤੁਹਾਨੂੰ ਪਤਾ ਵਾ ਕਿ ਅਸੀਂ ਦੋਸ਼ੀਆਂ ਨੂੰ ਬਚਾਇਆ ਵਾ, ਤੁਹਾਨੂੰ ਪਤਾ ਸੀਗਾ ਕਿ ਕਿਹਨਾਂ ਨੇ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕੀਤੀਆਂ, ਕਿਸ ਨੇ ਗੋਲੀ ਚਲਾਈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਤਹਿਕੀਕਾਤ 'ਚ ਇੱਕ ਅਜੀਤ ਸਿੰਘ ਨਾਮੀ ਵਿਅਕਤੀ ਦੇ ਉਦਣ ਕੋਟਕਪੂਰੇ ਉਹਦੇ ਸ਼ਾਇਦ ਚੂਲੇ ਵਿੱਚ ਗੋਲੀ ਵੱਜੀ ਸੀਗੀ। ਅਕਾਲੀ ਦਲ ਦੀ ਸਰਕਾਰ ਨੇ ਉਸ ਗੋਲੀ ਦਾ ਕੋਈ ਕੋਗਨੀਜੈਂਸ ਨਹੀਂ ਲਿਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਉਹਦੇ ਤੇ 307 ਦਾ ਮੁਕੱਦਮਾ ਦਰਜ ਹੋਇਆ ਪੁਲਿਸ ਵਾਲਿਆਂ ਤੇ। ਇਸ ਫੈਸਲੇ ਨੇ ਤਾਂ ਇਹ ਦੱਸਿਆ ਵਾ ਕਿ ਇਸ ਦੇਸ਼ ਵਿੱਚ ਕੋਈ ਇਨਸਾਫ ਨਾਮ ਦੀ ਕੋਈ ਚੀਜ਼ ਨਹੀਂ ਗੀ। ਔਰ ਇਹ ਮੈਂ ਇਹ ਵੀ ਇੱਥੋਂ ਤੱਕ ਕਹਿ ਸਕਦਾ ਕਿ ਸਭ ਕੁਝ ਮੈਨੂਪੂਲੇਟ ਹੋ ਰਿਹਾ। ਹੁਣ ਸਭ ਕੁਝ, ਜਿਹੜੇ ਵੀ ਲੋਕ ਇਸ ਦੇਸ਼ ਦੀ ਤਸ਼ੱਦਦ ਕਰਨ ਵਾਲੀ ਸਰਕਾਰਾਂ ਦੇ ਖਿਲਾਫ ਬੋਲਦੇ ਨੇ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਤੁਹਾਡੇ ਸਾਹਮਣੇ ਮੈਂ ਇੱਕ ਜੀਂਦੀ ਜਾਗਦੀ ਮਿਸਾਲ ਆ। ਮੈਨੂੰ ED ਜਿਹਦਾ ਕੰਮ ਹੈਗਾ ਮਨੀ ਲਾਂਡਰਿੰਗ, ਜਿਹੜੇ ਆਫਸ਼ੋਰ ਵੱਡੇ ਵੱਡੇ ਮਗਰਮੱਛ ਨੇ, ਅਫਸਰ, ਪੋਲੀਟੀਸ਼ੀਅਨ, ਵਪਾਰੀ, ਇਹ ਉਹਨਾਂ ਨੂੰ ਇਨਵੈਸਟੀਗੇਟ ਕਰਨ ਵਾਸਤੇ ਬਣਾਈ ਗਈ ਸੀ, ਨਾ ਕਿ ਕਿਸੇ ਵਿਸਲ ਬਲੋਅਰ ਨੂੰ, ਕਿਸੇ ਕਰੂਸੇਡਰ ਨੂੰ। ਜਿਹੜੇ ਆਦਮੀ ਲਗਾਤਾਰ ਓਪੋਜੀਸ਼ਨ ਵਿੱਚ ਰਹੇ ਨੇ, ਜਿਹੜੇ ਹਰ ਕਿਸਮ ਦੇ ਇਨਜਸਟਿਸ ਤੇ ਬੇਇਨਸਾਫੀ ਦੇ ਖਿਲਾਫ ਆਵਾਜ਼ ਉਠਾਉਂਦੇ ਨੇ, ਹਰ ਕਿਸਮ ਦੇ ਮਾਫੀਆ ਦੇ ਖਿਲਾਫ ਲੜਦੇ ਨੇ। ਜਿਸ ਤਰ੍ਹਾਂ ਉਦੋਂ ਮਾਈਨਿੰਗ ਦੀ ਗੱਲ ਉੱਠੀ ਤਾਂ ਮੈਂ ਐਜ਼ ਲੀਡਰ ਆਫ ਓਪੋਜੀਸ਼ਨ ਉਸ ਨੂੰ ਲੜਿਆ ਡਟ ਕੇ। ਤੇ ਉਦੋਂ ਦਾ ਮੁੱਢ ਵੱਜਿਆ ਜਿਹੜਾ NDPS ਦਾ ਕੇਸ ਮੇਰੇ ਖਿਲਾਫ ਸਾਰੀਆਂ ਸਰਕਾਰਾਂ ਚੱਕ ਰਹੀਆਂ। ਪਹਿਲਾਂ ਸੁਖਬੀਰ ਉਹਨਾਂ ਨੇ ਬਹੁਤ ਜ਼ੋਰ ਲਾਇਆ, ਬਾਅਦ ਵਿੱਚ ਸਿਰਫ ਇਸ ਕਰਕੇ ਕਿ ਕਾਂਗਰਸ ਨੂੰ ਆਪਣਾ ਮਿਨਿਸਟਰ ਡ੍ਰੌਪ ਕਰਨਾ ਪਿਆ, ਉਹਨਾਂ ਨੇ ਮੇਰੇ ਖਿਲਾਫ ਇਹ ਮਨ ਘੜਤ ਗੱਲ ਬਣਾ ਲਈ। ਉਸੇ ਹੀ ਮਨ ਘੜਤ ਨੂੰ ਚੱਕ ਕੇ ਹੁਣ ED ਇਨਵੈਸਟੀਗੇਟ ਕਰ ਰਹੀ। ਚਲੋ ਕੋਈ ਗੱਲ ਨਹੀਂ ਜੀ, ਮੈਂ ਉਸ ਕੇਸ ਨੂੰ ਆਪਣੇ ਲੜਨ ਦਾ ਪ੍ਰਣ ਕੀਤਾ। ਮੈਂ ਸਮਰੱਥ ਵੀ, ਮੈਂ ਲੜੂੰਗਾ, ਕਿਉਂਕਿ ਮੈਨੂੰ ਪਤਾ ਵਾ ਕਿ ਮੈਂ ਸੱਚ ਤੇ ਖੜਾ। ਜਿਹੜੀ ਇਹ ਗੱਲ ਫੈਸਲਾ ਆਇਆ ਨਾ, ਕੋਸ਼ ਕੀਤੀ ਆ SIT, ਇਹਦੇ 'ਚ ਇੱਕ ਬਹੁਤ ਇੰਪੋਰਟੈਂਟ ਪੋਲੀਟੀਕਲ ਸੁਣਿਆ ਵੀ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਸਾਰੇ, ਕਿ ਜਿਹੜਾ ਅਕਾਲੀ ਦਲ ਕਹਿੰਦਾ ਸੀਗਾ ਜੀ, ਬਾਦਲ ਦਲ, ਕਿ ਅਸੀਂ BJP ਨੂੰ ਛੱਡ ਦਿੱਤਾ ਜੀ, ਹਰਸਿਮਰਤ ਨੇ ਅਸਤੀਫਾ ਦੇ ਦਿੱਤਾ ਜੀ, ਅਸੀਂ ਕਿਸਾਨ ਅੰਦੋਲਨ ਦੇ ਨਾਲ ਹਾਂ ਜੀ, ਇਹ ਸਾਰੀਆਂ ਗੱਲਾਂ ਦਾ ਪਰਦਾਫਾਸ਼ ਹੋਇਆ ਇਸ ਫੈਸਲੇ ਦੇ ਨਾਲ। ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਦੀ ਗੱਠਜੋੜ ਹਲੇ BJP ਨਾਲ ਬਿਲਕੁਲ ਬਰਕਰਾਰ ਆ। ਔਰ ਯਾਦ ਰੱਖਣਾ ਕਿ 2022 ਦੀਆਂ ਇਲੈਕਸ਼ਨਾਂ ਦੀ ਤਿਆਰੀ ਹੋ ਰਹੀ ਆ। ਇਹ 2022 ਦੀਆਂ ਇਲੈਕਸ਼ਨਾਂ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਇਕੱਠੇ ਲੜਨ। ਸਿੱਧਾ ਤਾਂ ਹੋ ਗਿਆ ਕਿ ਸਿੱਧਾ ਹੀ ਅਲਾਇੰਸ ਕਰ ਲਿਆ, ਜਿਹਦਾ ਪਹਿਲਾਂ ਇਹਨਾਂ ਦਾ ਹੁੰਦਾ ਰਿਹਾ ਵਾ। ਅਸਿੱਧਾ ਇਹ ਹੈਗਾ ਕਿ ਜਿੱਥੇ ਜਿੱਥੇ ਸ਼ਹਿਰਾਂ ਦੇ ਵਿੱਚ ਅਕਾਲੀ ਦਲ ਦੀ ਕੋਈ ਆਪਣੀ ਹੋਂਦ ਨਹੀਂ ਗਈ, ਉਹ ਸਾਰੀ ਆਪਣੇ ਕੇਡਰ ਨੂੰ ਕਹਿ ਕੇ ਵੋਟ BJP ਨੂੰ ਟ੍ਰਾਂਸਫਰ ਕਰਾਉਣਗੇ। ਸਿਰਫ ਫੂਕ ਹੀ ਮਾਰਨੀ ਨਾ 10-20 ਆਪਣੇ ਇੰਪੋਰਟੈਂਟ ਆਗੂਆਂ ਦੇ। ਔਰ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਜਿੱਥੇ BJP ਨੂੰ ਪਤਾ ਕਿ ਸਾਡੇ ਪੱਲੇ ਕੁਛ ਨਹੀਂਗਾ, ਸਾਡੀ 3-4-5 ਹਜ਼ਾਰ ਵੋਟ
ਉਹ ਆਪਣੇ ਆਗੂਆਂ ਨੂੰ ਕਹਿ ਦੇਣਗੇ ਕਿ ਤੁਸੀਂ ਚੁੱਪ ਚਪੀਤੇ ਅਕਾਲੀ ਦਲ ਨੂੰ ਵੋਟ ਪਾ ਦਿਓ। ਇਹ ਹੈ ਇਨਡਾਇਰੈਕਟ ਅਲਾਇੰਸ। ਔਰ ਇਹ ਗੱਠਜੋੜ ਦਾ ਖੁਲਾਸਾ ਇਸ ਫੈਸਲੇ ਤੋਂ ਸਾਫ਼ ਨਜ਼ਰ ਆਉਂਦਾ। ਜਿਹੜੇ ਬੰਦੇ ਇੰਟੈਲੈਕਚੁਅਲ ਸੋਚ ਰੱਖਦੇ ਨੇ, ਜਿਹੜੇ ਪੋਲੀਟੀਕਲ ਐਨਾਲਿਸਟ ਨੇ, ਉਹ ਸਾਰੀ ਗੱਲ ਨੂੰ ਅੱਛੀ ਤਰ੍ਹਾਂ ਸਮਝ ਚੁੱਕੇ। ਇਸੇ ਕੜੀ ਵਿੱਚ ਜਿਹੜਾ ਮਨਜਿੰਦਰ ਸਿੰਘ ਸਿਰਸਾ ਕ੍ਰੈਡਿਟ ਲੈ ਰਿਹਾ ਨਾ ਦਿੱਲੀ ਕਿ ਮੈਂ ਆ ਵੀ ਛਡਾਤਾ, ਉਹ ਵੀ ਛਡਾਤਾ, ਆ ਵੀ ਛਡਾਤਾ, ਇਹ ਵੀ ਅਸਲ ਵਿੱਚ ਦਿੱਲੀੋਂ ਫੈਸਿਲਿਟੇਟ ਹੋ ਰਿਹਾ ਵਾ। ਉਹ ਕ੍ਰੈਡਿਟ ਦਿੱਤਾ ਜਾ ਰਿਹਾ ਕਿ ਅਸੀਂ ਆਪਣੇ ਜਿਹੜੇ ਸਾਡੇ ਪਿਆਦੇ ਨੇ ਇਹਨਾਂ ਦੀ ਇੱਜ਼ਤ ਬਣਾ ਕੇ ਰੱਖੀਏ ਲੋਕਾਂ ਦੇ ਕੌਮ ਦੇ ਵਿੱਚ ਕਿ ਲੈ ਵੀ ਮਨਜਿੰਦਰ ਸਿਰਸੇ ਨੇ ਤਾਂ ਇੰਨੇ ਬੰਦੇ ਛਡਾਤੇ। ਹਾਲਾਂਕਿ ਸ਼ਾਇਦ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਥੋੜ੍ਹੀ ਜਿਹੀ ਸਮਝ ਲੇਟ ਆਈ। ਇਹ ਵਕੀਲਾਂ ਦਾ ਪੈਨਲ ਕਿਸਾਨ ਅੰਦੋਲਨ ਦੇ ਆਗੂ ਵੀ ਖੜਾ ਕਰ ਸਕਦੇ ਸੀਗੇ ਔਰ ਇਹ ਸਾਰੀਆਂ ਜ਼ਮਾਨਤਾਂ ਉਹਨਾਂ ਦੇ ਥਰੂ ਹੋ ਸਕਦੀਆਂ ਸੀ। ਬਟ ਕਿਤੇ ਨਾ ਕਿਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਇੱਕ ਤਾਂ ਚੋਣ ਆ ਰਹੀ ਹੈ, ਇੱਕ ਉਹਨਾਂ ਨੂੰ ਕ੍ਰੈਡਿਟ ਦੇਣ ਵਾਸਤੇ ਉਹਨਾਂ ਦੇ ਰਾਹੀਂ ਸਾਰੇ ਜਿਹੜੇ ਰਿਲੀਜ਼ ਕੀਤੇ ਜਾ ਰਹੇ ਨੇ ਤੇ ਉਹ ਪਿੰਡਾਂ ਦੇ ਵਿੱਚ ਜਾ ਕੇ ਫਿਰ ਅਕਾਲੀ ਕਹਿੰਦੇ ਨਾ ਲਓ ਜੀ ਅਸੀਂ ਫਲਾਨਾ ਬੰਦਾ ਛਡਾ। ਪਹਿਲਾਂ ਉਹਨਾਂ ਦੀ ਕੁੱਟਮਾਰ ਕਰਤੀ, ਉਹਨਾਂ ਦੀ ਦਾੜੀਆਂ ਪੱਟਤੀਆਂ, ਉਹਨਾਂ ਦੇ 3rd ਡਿਗਰੀ ਟੌਰਚਰ ਕਰਤਾ, ਚੱਡੇ ਪਾੜ ਦਿੱਤੇ ਤੇ ਮੁੜ ਕੇ ਅਕਾਲੀ ਦਲ ਕਹਿੰਦਾ ਅਸੀਂ ਛਡਾ ਕੇ ਕਰ ਲਏ ਆਏ। ਇਹ ਸਾਰਾ ਫਾਰਸਿਕਲ ਹੈ, ਸਾਰਾ ਇੱਕ ਡਰਾਮਾ ਰਚਿਆ ਜਾ ਰਿਹਾ ਵਾ ਸਿਰਫ ਤੁਹਾਡੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ। ਇਸ ਲਈ ਮੇਰੇ ਵੀਰੋ ਭੈਣੋ, ਜਿੱਥੇ ਵੀ ਦੁਨੀਆ 'ਚ ਤੁਸੀਂ ਬੈਠੇ ਹੋ, ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਕੀ ਕਹਿੰਦੇ ਆ ਕਿ ਨੈਚੁਰਲ ਜਸਟਿਸ ਦੀ ਮੁਖਾਲਫਤ ਹੋਈ ਹੈ। ਅਦਾਲਤਾਂ ਕਾਹਦੇ ਲਈ ਬਣਾਈਆਂ ਜਾਂਦੀਆਂ ਤਾਂ ਕਿ ਇਨਸਾਫ ਦਿੱਤਾ ਜਾਵੇ। ਤੁਸੀਂ ਇਨਸਾਫ ਦੇਣ ਦੀ ਬਜਾਏ ਤੁਸੀਂ ਉਹ ਸਾਰੀ ਇਨਵੈਸਟੀਗੇਸ਼ਨ ਹੀ ਰੱਦ ਕਰ ਦਿੱਤੀ। ਔਰ ਮੈਂ ਤੁਹਾਨੂੰ ਇੱਕ ਵਾਰ ਮੇਰੀ ਅੱਛੀ ਤਰ੍ਹਾਂ ਨੋਟ ਕਰੋ, ਮੈਂ ਕਈ ਵਾਰ ਗਿਆ ਹਾਈ ਕੋਰਟ, ਸੁਪਰੀਮ ਕੋਰਟ, ਕਈ ਵਾਰ। ਸਾਨੂੰ ਕੀ ਜਵਾਬ ਮਿਲਦਾ ਜੀ? ਜਿੱਦਾਂ ਹੁਣ ਈਡੀ ਨੇ ਮੇਰੇ ਖਿਲਾਫ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ, ਸਭ ਨੂੰ ਪਤਾ ਕਿ ਮਨ ਘੜਤ ਤਾਂ ਝੂਠੀ ਆ, ਪਰ ਅਦਾਲਤ ਇਹ ਕਹੇਗੀ ਕਿ ਅਸੀਂ ਇਨਵੈਸਟੀਗੇਸ਼ਨ ਵਿੱਚ ਦਖਲ ਨਹੀਂ ਦੇ ਸਕਦੇ। ਇਨਵੈਸਟੀਗੇਸ਼ਨ ਕਰਨ ਦੀ ਇਜਾਜ਼ਤ ਪੁਲਿਸ ਨੂੰ ਜਾਂ ਕਿਸੇ ਏਜੰਸੀ ਨੂੰ ਅਸੀਂ ਰੋਕ ਨਹੀਂ ਸਕਦੇ। ਇੱਥੇ ਤਾਂ ਇਨਵੈਸਟੀਗੇਸ਼ਨ ਭੰਗ ਹੀ ਕਰ ਦਿੱਤੀ ਸਾਰੀ। ਜੇ ਤੁਹਾਨੂੰ ਲੱਗਦਾ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਈ ਪੱਖਪਾਤ ਕਰਦਾ, ਤੁਸੀਂ SIT ਦਾ ਹੈੱਡ ਬਦਲ ਦਿੰਦੇ। ਉਸ ਦਾ ਸਾਰੀ SIT ਉਡਾ ਕੇ ਰੱਖ ਦਿੱਤੀ ਆ। ਕੁੱਲ ਮਿਲਾ ਕੇ ਸਾਰੇ ਜਿਹੜੇ ਸਬੂਤ ਸੀਗੇ ਗੁਨਾਹਗਾਰਾਂ ਦੇ ਖਿਲਾਫ, ਕਾਤਲਾਂ ਦੇ ਖਿਲਾਫ, ਦੋਸ਼ੀਆਂ ਦੇ ਖਿਲਾਫ, ਤੁਸੀਂ ਸਾਰੇ ਇੱਕ ਉਹਨੂੰ ਸਰਕਾਰੀ ਮੋਹਰ ਲਾ ਕੇ ਉਹ ਸਾਰੇ ਸਬੂਤ ਮਿਟਾਉਣ ਦਾ ਉਪਰਾਲਾ ਕੀਤਾ। ਇਹ ਤਾਂ ਟ੍ਰਾਇਲ ਕੋਰਟ ਨੇ ਦੇਖਣਾ ਸੀ ਨਾ, ਫਰੀਦਕੋਟ ਨੇ, ਕਿ ਜਿਹੜੇ ਤੱਥ ਮੇਰੇ ਸਾਹਮਣੇ ਆਏ ਆ ਕਿ ਇਹ ਤੱਥ ਠੀਕ ਨੇ ਜਾਂ ਗਲਤ ਨੇ, ਕਿ ਇਹ ਲੋਕ ਗੁਨਾਹਗਾਰ ਨੇ ਕਿ ਬੇਗੁਨਾਹ ਨੇ। ਇਹ ਕੰਮ ਤਾਂ ਟ੍ਰਾਇਲ ਕੋਰਟ ਦਾ ਸੀਗਾ, ਇਹ ਹਾਈ ਕੋਰਟ ਦਾ ਕੰਮ ਨਹੀਂ ਸੀ। ਪਰ ਉਹਨਾਂ ਨੇ ਅਖਤਿਆਰ ਕਰ ਲਿਆ ਤੇ ਇਨਵੈਸਟੀਗੇਸ਼ਨ ਹੀ ਛਿੱਕੇ ਦੇ ਉੱਤੇ ਟੰਗ ਦਿੱਤੀ। ਸਾਡੇ ਕੇਸ ਵਿੱਚ ਤਾਂ ਕਦੀ ਕੋਈ ਇਨਵੈਸਟੀਗੇਸ਼ਨ ਰੋਕੀ ਨਹੀਂ ਜਾਂਦੀ। ਕਿਹਾ ਜਾਂਦਾ ਕਿ ਨਹੀਂ ਜੀ, ਵੀ ਕੈਨੋਟ ਇੰਟਰਫੇਅਰ ਇਨ ਦੀ ਇਨਵੈਸਟੀਗੇਸ਼ਨ ਪ੍ਰੋਸੈਸ। ਸੋ ਇਹ ਅੱਜ ਦੇ ਇਸ ਵਕਤ ਹਾਲਾਤ ਨੇ। ਸਭ ਨੂੰ ਹੁਣ ਇਹੀ ਕਿ ਮੈਂ ਸੁਣਿਆ ਦੇ ਸਕਦਾ ਕਿ ਇੱਕ ਦੂਜੇ ਦੇ ਖਿਲਾਫ ਮਿੱਟੀ ਪੱਟਣ ਦੀ ਜਾਏ, ਇੱਕ ਦੂਜੇ ਦੇ ਖਿਲਾਫ ਇਲਜ਼ਾਮਬਾਜ਼ੀ ਕਰਨ ਦੇ। ਅੱਜ ਵਕਤ ਹੈ ਕਿ ਪੰਜਾਬ ਦੇ ਲੋਕਾਂ ਨੂੰ ਤੇ ਚੰਗੇ ਲੀਡਰਸ਼ਿਪ ਨੂੰ ਇਕੱਠੇ ਹੋਣਾ ਚਾਹੀਦਾ। ਅਗਰ ਤੁਸੀਂ ਇਕੱਠੇ ਨਹੀਂ ਹੋਵੋਗੇ ਨਾ ਤਾਂ ਫਿਰ ਇਹਨਾਂ ਦੇ ਜਿਹੜੇ ਪਿਆਦੇ ਨੇ ਉਹਨਾਂ ਦੇ ਰਾਹੀਂ ਇਹ ਉਹੀ ਕਰਦੇ ਰਹਿਣਗੇ ਜੋ ਅਰਸੇ ਤੋਂ ਕੀਤਾ ਜਾ ਰਿਹਾ। ਲੱਖੇ ਸਿਧਾਣੇ ਦੇ ਭਰਾ ਨੂੰ ਦਿੱਲੀ ਪੁਲਿਸ ਨੇ ਕੁੱਟਿਆ ਨਾ, ਉਹਦੇ ਤੇ ਤਸ਼ੱਦਦ ਕੀਤਾ ਨਾ, ਉਹ ਕਿਉਂ ਕੀਤਾ ਤੁਹਾਨੂੰ ਪਤਾ? ਕਿ ਲੋਕਾਂ ਨੂੰ ਧਮਕਾਈਏ, ਡਰਾਈਏ ਕਿ ਖਬਰਦਾਰ ਜਿਹੜਾ ਅੱਜ ਸਾਡੇ ਦੇਸ਼ ਦੇ ਇਸ ਨਿਜ਼ਾਮ ਦੇ ਖਿਲਾਫ ਬੋਲੇਗਾ ਅਸੀਂ ਆਹ ਹਸ਼ਰ ਕਰਾਂਗੇ। ਇਸ ਲਈ ਔਰ ਜੇ ਜਿੰਨੀਆਂ ਇਨਸਾਫ ਦੇ ਹੱਕ ਵਿੱਚ ਆਵਾਜ਼ਾਂ ਤੇ ਤਸ਼ੱਦਦ ਦੇ ਖਿਲਾਫ ਆਵਾਜ਼ਾਂ ਉੱਠਦੀਆਂ ਪੰਜਾਬ ਦੀ ਧਰਤੀ ਤੋਂ, ਇਹ ਸਭ ਨੂੰ ਇਕੱਲੇ ਨੂੰ ਟਾਰਗੇਟ ਕਰਕੇ ਇਕੱਲੇ ਦਾ ਮੂੰਹ ਬੰਦ ਕਰਾਉਣ ਦੇ ਚੱਕਰ ਵਿੱਚ ਨਹੀਂ। ਔਰ ਯਾਦ ਰੱਖਣਾ ਕਿ ਇਹ ਜਿੱਦਾਂ ਕਿਸੇ ਵੇਲੇ 80 ਦੇ ਦਹਾਕੇ ਵਿੱਚ ਤਸ਼ੱਦਦ ਦੀ ਦੌਰ ਆਇਆ, ਉਹ 2 ਦਹਾਕੇ ਚੱਲਿਆ। ਫਿਰ ਉਸ ਤੋਂ ਬਾਅਦ ਹੁਣ ਵੀ ਪਿੱਛੇ ਰੀਸੈਂਟਲੀ ਕਈ ਤਰ੍ਹਾਂ ਦੇ ਕੇਸਿਸ UAPA ਲਾਜ਼ ਨੂੰ, ਕਾਲੇ ਕਾਨੂੰਨਾਂ ਨੂੰ ਲੈ ਕੇ ਕਾਫੀ ਲੋਕਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਮੁਕੱਦਮੇ ਦਰਜ ਕੀਤੇ। ਇਹ ਤਸ਼ੱਦਦ ਦਾ ਦੌਰ, ਇਹ ਤਸ਼ੱਦਦ ਦਾ ਦੌਰ ਦੁਬਾਰਾ ਪੰਜਾਬ ਦੇ ਵਿੱਚ ਆਉਣ ਵਾਲਾ ਹੈ। 2 ਮਹੀਨਿਆਂ ਨੂੰ ਆ ਜਾਏ, 4 ਨੂੰ ਆ ਜਾਏ, 6 ਨੂੰ ਆ ਜਾਏ, ਉਹ ਸਿਰਫ ਮਿੱਥ ਕੇ ਉਹਨਾਂ ਲੋਕਾਂ ਦੀ ਆਵਾਜ਼ ਬੰਦ ਕਰਾ ਰਹੇ ਜਿਹੜੇ ਤਸ਼ੱਦਦ ਦੇ ਖਿਲਾਫ। ਉਸੇ ਕੜੀ ਵਿੱਚ ਇਹ ਮੰਦਭਾਗਾ ਫੈਸਲਾ ਆਇਆ, ਵੈਰੀ ਅਨਫੋਰਚੂਨੇਟ। ਅਗਰ ਇਸ ਤਰ੍ਹਾਂ ਅਦਾਲਤਾਂ ਚੱਲਣਗੀਆਂ ਤੇ ਫੈਸਲੇ ਆਉਣਗੇ ਤੇ ਫਿਰ ਲੋਕੀ ਕਿਹਦੇ ਕੋਲ ਇਨਸਾਫ ਵਾਸਤੇ ਜਾਣਗੇ? ਔਰ ਜਿਹੜੇ ਅਖੌਤੀ ਆ ਬਾਦਲ ਦਲੀਏ ਜਿਹੜੇ ਖੁਸ਼ ਹੁੰਦੇ ਫਿਰਦੇ ਨੇ, ਇਹ ਚੰਦ ਦਿਨਾਂ ਦੀ ਖੁਸ਼ੀ ਆ ਤੁਹਾਡੀ। ਲੋਕਾਂ ਦੀ ਅਦਾਲਤ ਵਿੱਚ ਤੁਸੀਂ ਗੁਨਾਹਗਾਰ ਹੀ ਹੋ। ਹੁਣ ਲੋਕਾਂ ਨੂੰ ਅੱਛੀ ਤਰ੍ਹਾਂ ਸਮਝ ਆ ਗਿਆ ਕਿ ਤੁਹਾਡੀ ਪਿੱਠ ਤੇ BJP ਵੀ ਖੜੀ ਆ, ਤੁਹਾਡੇ ਪਿੱਠ ਤੇ ਸਾਰਾ ਮੈਕੈਨਿਜ਼ਮ ਖੜਾ ਵਾ। ਸਰਕਾਰੀ ਕਲੀਨ ਚਿੱਟਾਂ ਜਿੰਨੀਆਂ ਮਰਜ਼ੀ ਲੈ ਲਓ, ਲੇਕਿਨ ਜਿੱਦਾਂ ਮੈਂ ਪਹਿਲਾਂ ਕਿ ਉਹਦੀ ਅਦਾਲਤ ਵਿੱਚ ਤੁਹਾਨੂੰ ਕੋਈ ਕਲੀਨ ਚਿੱਟ ਨਹੀਂ ਮਿਲੇਗੀ ਜਦ ਤੱਕ ਤੁਸੀਂ ਆਪਣੇ ਗੁਨਾਹ ਕਬੂਲ ਕਰਕੇ ਤੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਮਾਫੀ ਨਹੀਂ ਮੰਗੋਗੇ। ਉਮੀਦ ਕਰਦਾ ਕਿ ਜੋ ਮੈਂ ਗੱਲਾਂ ਕਹੀਆਂ ਦਿਲ ਤੋਂ, ਉਹ ਤੁਸੀਂ ਸਾਰੇ ਐਪਰੀਸ਼ੀਏਟ ਕਰੋਗੇ ਔਰ ਉਹਨੂੰ ਸ਼ੇਅਰ ਵੀ ਕਰੋਗੇ। ਧੰਨਵਾਦ, ਸ਼ੁਕਰੀਆ।